डियर स्टूडेंट BA फस्ट ईयर सैकेंड समैसटर अज असी इलैक्टिव पंजाबी दे अगे करांगे प्रसंग सहित व्याख्या। तीसरा जिहड़ा कवि है सुरजीत पात्र ਉਹਦੇ ਜਿਹੜੇ ਪੈਰੇ ਆਪਾਂ ਕਰਾਂਗੇ। ਉਹਦੀ ਪਹਿਲੀ ਜਿਹੜੀ ਕਵਿਤਾ ਹੈ ਮੈਂ ਰਾਹਾਂ ਤੇ ਨਹੀਂ ਤੁਰਦਾ। ਤਾਂ ਇਹਦੇ ਵਿੱਚ ਕੀ ਹੈ, ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬੰਦੇ, ਯੁਗਾਂ ਤੋਂ ਕਾਫਲੇ ਆਉਂਦੇ, ਇਸੇ ਸੱਚ ਦੇ ਗਵਾਹ ਬੰਦੇ। ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ, ਇਹ ਸੜਦੇ ਪੈਰ ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬੰਦੇ। ਤਾਂ ਪ੍ਰਸੰਗ ਵਿੱਚ ਆਪਾਂ ਲਿਖਾਂਗੇ ਇਹ ਕਾਵ ਟੋਟਾ ਨਕਸ਼ ਨੁਹਾਰ ਕਾਵ ਸੰਗ੍ਰਹਿ ਵਿੱਚ ਦਰਜ ਸੁਰਜੀਤ ਪਾਤਰ ਦੀ ਕਵਿਤਾ ਮੈਂ ਰਾਹਾਂ ਤੇ ਨਹੀਂ ਤੁਰਦਾ ਕਵਿਤਾ ਵਿੱਚੋਂ ਲਿਆ ਗਿਆ। ਇਹ ਇੱਕ ਗਜ਼ਲ ਹੈ ਜਿਸ ਕਵੀ ਨੇ ਆਪਣੀ ਜੀਵਨ ਫਿਲਾਸਫੀ ਦੇ ਕੁਝ ਪੱਖਾਂ ਨੂੰ ਬਿਆਨ ਕੀਤਾ ਹੈ। ਤਾਂ ਵਿਆਖਿਆ ਵਿੱਚ ਕਵੀ ਕਹਿੰਦਾ ਹੈ ਕਿ ਉਹ ਲਕੀਰ ਦਾ ਫਕੀਰ ਨਹੀਂ ਤੇ ਬਣੇ ਬਣਾਏ ਰਾਹ ਉੱਤੇ ਨਹੀਂ ਤੁਰਦਾ, ਅਰਥਾਤ ਉਹ ਕਿਸੇ ਦੇ ਪਿੱਛੇ ਨਹੀਂ ਲੱਗਦਾ, ਸਗੋਂ ਉਹ ਜਿੱਧਰ ਤੁਰਦਾ ਹੈ ਉਧਰ ਨਵੇਂ ਰਾਹ ਬਣ ਜਾਂਦੇ ਹਨ। ਯੁਗਾਂ ਤੋਂ ਤੁਰੇ ਆਉਂਦੇ ਕਾਫਲਿਆਂ ਨੇ ਹੀ ਰਾਹ ਬਣਾਏ ਹਨ ਅਤੇ ਇਹ ਸੱਚ ਦੀ ਗਵਾਹੀ ਭਰਦੇ ਹਨ ਕਿ ਕਿਸੇ ਆਦਰਸ਼ ਨੂੰ ਲੈ ਕੇ ਤੁਰ ਪਵੋ ਤਾਂ ਦੂਜਿਆਂ ਲਈ ਇਹ ਅੱਗੋਂ ਰਾਹ ਬਣ ਜਾਂਦਾ ਹੈ। ਇਹ ਤਪਦੀ ਰੇਤ ਦੱਸਦੀ ਹੈ ਕਿ ਮੈਂ ਜਿਸ ਰਾਹ ਉੱਤੇ ਤੁਰ ਰਿਹਾ ਹਾਂ ਉਹ ਠੀਕ ਹੈ, ਮੇਰੇ ਸੜਦੇ ਪੈਰ ਪਰ ਤਸੱਲੀ ਨਾਲ ਠਰਿਆ ਦਿਲ, ਇਹ ਸੱਚ ਦੇ ਗਵਾਹ ਹਨ ਕਿ ਮੈਂ ਠੀਕ ਰਾਹ ਉੱਤੇ ਤੁਰ ਰਿਹਾ ਹਾਂ। ਦੂਸਰਾ ਪੈਰਾ ਇਸ ਕਵਿਤਾ ਦਾ ਐੜਾ ਪੈਰਾ, ਜੋ ਲੋ ਮੱਥੇ 'ਚੋਂ ਉੱਠਦੀ ਹੈ ਉਹ ਅਸਲੀ ਤਾਜ ਹੁੰਦੀ ਹੈ। ਤਵੀ ਦੇ ਤਖਤ 'ਤੇ ਬਹਿ ਕੇ ਸੱਚੇ ਪਾਤਸ਼ਾਹ ਬੰਦੇ, ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ, ਮੇਰੇ ਹੋਕੇ ਹੀ ਪਹਿਲਾਂ ਤਾਂ ਮੇਰੀ ਵੰਝਲੀ ਦੇ ਸਾਹ ਬੰਦੇ। ਤਾਂ ਪ੍ਰਸੰਗ ਆਪਾਂ ਪਹਿਲੇ ਦੀ ਤਰ੍ਹਾਂ ਹੀ ਲਿਖਾਂਗੇ। ਤਾਂ ਇਹ ਇੱਕ ਗਜ਼ਲ ਹੈ ਜਿਸ ਵਿੱਚ ਕਵੀ ਨੇ ਆਪਣੀ ਜੀਵਨ ਫਿਲਾਸਫੀ ਦੇ ਕੁਝ ਪੱਖਾਂ ਨੂੰ ਬਿਆਨ ਕੀਤਾ ਹੈ। ਵਿਆਖਿਆ ਤਾਂ ਕਵੀ ਕਹਿੰਦਾ ਹੈ ਕਿ ਜਿਹੜੇ ਲੋ ਮੱਥੇ ਵਿੱਚ ਫੁੱਟਦੀ ਹੈ ਉਹ ਹੀ ਅਸਲ ਤਾਜ ਹੁੰਦੀ ਹੈ, ਅਰਥਾਤ ਜਿਹੜੇ ਕੰਮ ਆਪਣੇ ਅੰਤ ਕਰਨ ਦੀ ਆਵਾਜ਼ 'ਤੇ ਹੀ ਸੂਝ-ਬੂਝ ਅਨੁਸਾਰ ਕੀਤਾ ਜਾਂਦਾ ਹੈ ਉਹੀ ਮਨੁੱਖ ਦੀ ਹਸਤੀ ਨੂੰ ਉੱਚਾ ਦਰਜਾ ਦਿੰਦਾ ਹੈ। ਸੱਚੇ ਪਾਤਸ਼ਾਹ ਉਹ ਮਹਾਂਪੁਰਖ ਹੀ ਬੰਦੇ ਹਨ ਜਿਹੜੇ ਆਪਣੀ ਆਤਮਿਕ ਪ੍ਰੇਰਨਾ ਅਨੁਸਾਰ ਤੱਤੀ ਤਵੀ ਦੇ ਤਖਤ ਉੱਤੇ ਬੈਠ ਜਾਂਦੇ ਹਨ। ਤਾਂ ਕਵੀ ਅਨੁਸਾਰ ਰਾਗ ਦੇ ਵਿਦਵਾਨ ਤਾਂ ਸਦੀਆਂ ਪਿੱਛੋਂ ਪੈਦਾ ਹੋਏ, ਉਸ ਦੇ ਹੋਕੇ ਹੀ ਪਹਿਲਾਂ ਵੰਝਲੀ ਵਿੱਚੋਂ ਰਾਗ ਪੈਦਾ ਕਰਨ ਵਾਲਾ ਸਾਹ ਹਵਾ ਜਿਹੜੇ ਉਹ ਬਣੇ ਸੀ। ਤਾਂ ਅਗਲਾ ਪੈਰਾ ਹੈ ਈੜੀ ਪੈਰਾ, ਅਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ, ਤੂੰ ਲਿਖ ਲੇਖਾ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬੰਦੇ, ਜੇ ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬੰਦੇ ਅਸੀਂ ਕੈਦੋਂ, ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾ ਬੰਦੇ। ਤਾਂ ਇਹਦੇ ਵਿੱਚ ਕੁਝ ਔਖੇ ਸ਼ਬਦ ਨੇ। ਕੈਦੋਂ ਹੀਰ ਦਾ ਚਾਚਾ ਜੋ ਹੀਰ ਰਾਂਝੇ ਦੀ ਪ੍ਰੀਤ ਦਾ ਦੁਸ਼ਮਣ ਸੀ, ਨਾਥ ਮਤਲਬ ਜੋਗੀ, ਤਾਂ ਲੁੱਡਣ ਮੈਂ ਨਾ ਹੀਰ ਦੀ ਬੇੜੀ ਦਾ ਮਲਾਹ ਦਾ ਨਾਮ ਕੀ ਸੀ, ਲੁੱਡਣ ਸੀ। ਤਾਂ ਪ੍ਰਸੰਗ ਉਸੇ ਤਰ੍ਹਾਂ ਹੀ ਲਿਖਣਾ ਹੈ।
एक गज़ल है जिस विच कवि ने अपनी जीवन फिलासफी के कुछ पक्षों नूं बयान किया है। व्याख्या। कवि कहता कि सानू किसी रीत अनुसार चलते रहन नालों अपने आदर्श की प्रीत प्यारी है। तुसी इसका सारा हिसाब किताब लिख सकते हो तो नाल ही इस रस्ते ते चलदियां साथों जिन्ने भी गुनाह होंदे हन उन्हां दा भी हिसाब किताब रख सकते हो। जेकर इस दुनिया उत्ते रांझे ना होंदे तां भी असी कैदों नहीं सी बनना, असी जां नाथ बनदे ते जां लुड्डन मला बनदे। तां ये जिहड़ा सी तीसरा ईडी पैरा सी। अगे चौथा जिहड़ा पैरा है वो आपां करांगे सस्सा पैरा। उदों तक तू है साडी हिक दे विच महफूज, महफूज मैं ना सुरक्षित, जदों तक जिसम साडे ही नहीं सड़ के सुआह बनदे। जिसम मतलब शरीर। फकीरां दे सुखन, सुखन मतलब बोल, कुछ यार कुछ तरीक दे मंजर, मंजर मतलब नज़ारा दृश्य, जदों मैं जख्म खा लैना मेरी खातर पनाह बनदे। पनाह मतलब सहारा। तां कवि कहता है कि एक गज़ल है जिस विच कवि ने अपनी जीवन फिलासफी के कुछ पक्षों नूं बयान किया है। व्याख्या विच कवि कहता है कि हे प्यारे तू साडी हिक विच उदों तक मर के सुरक्षित है जिन्ना चिर शरीर सड़ के सुआह नहीं हो जाते। कवि कहता कि जदों वो जिंदगी विच किधरे कोई सੱਟ खा लैंदा है तां फकीरां दे कथन, कुछ दोस्त ते कुछ इतिहासिक घटनावां उसनूं सहारा दिंदियां हन। अगे पंजवां पैरा हाहा पैरा। मैं एक गल जानदा हाँ, एक गल जानदा कि है कोई छे इस वजूद अंदर। वजूद की है जिसम शरीर, वो जिहड़ी लिशक उठदी है जदों सब रुख सिया बनदे। रुख मतलब चेहरा। कदी दरिया कल्ला ते नहीं करदा दिशा अपनी, जमी दी ढाल जल दा वेग ही रल मिल के राह बनदे। ढाल मतलब ढलवान, वेग में ना चाल रफ्तार। तो प्रसंग उस तरह ही लिखना है। एक गज़ल है जिस विच कवि ने अपनी जीवन फिलासफी के कुछ पक्षों नूं बयान किया है। व्याख्या विच कवि कहता है कि वो ये जानता है कि उसके शरीर विच कोई अजिही चीज़ है जिहड़ी उदों लिशक उठदी है जदों उसके चारे पासे हनेरा पसरिया दिखाई देता है। कवि कहता है कि कल्ला दरिया अपनी दिशा का आप निर्धारण नहीं करता, उसका राह बनाउण विच जमीन की ढाल ते पानी का वेग रल मिल के हिस्सा पाउंदे हन। अगे है कक्का पैरा। अचन चेती किसी बिंदु च चश्मा फुट पैंदा है, ये दावेदार एवें खाम खा बंदे। मैं कुछ नादां ते बिंदां दा मिलन बिंदु हाँ, मैं की हाँ। जे मैं आखां कि मैं कुछ हाँ कथन मेरे गुनाह बनदे। ये तुरदा कौन है, मैं कौन हाँ ते कौन पुछदा है। ये सोचां दा सफ़र है जिस लई सीने ही राह बनदे हन। प्रसंग उस तरह ही लिखना है। तो व्याख्या विच कवि कहता है कोई चश्मा अचनचेत ही किसी बिंदु तो फुट पैंदा है। इन्हां संबंधी दावेदार एवें खाम खा ते दावेदार आ बनदे हन। कवि कहता कुछ धुनियां ते कतरियां ते दे मिलाप का केंद्र है। धुनी मतलब आवाज़ है। वो इस तो बाद अपने बारे कुछ नहीं कह सकता। जेकर ये आखे कि वो कुछ है तो उसके ये कथन उसका गुनाह बन जाते हैं, क्योंकि हकीकत विच वो कुछ नहीं जानता कि वो की है। तो स्टूडेंट अज का सिर्फ इन्ना ही। कल नूं एक पैरा रह गया सुजीत पात्र की इस कविता का, तो इसका जिहड़ा सार आपां कल नूं अगे
ਕਰਾਂਗੇ। ਧੰਨਵਾਦ।